ਇਹ ਇਸ ਤਰ੍ਹਾਂ ਵੀ ਅਸੀਂ 1 ਤਰੀਕ ਤੋਂ ਪ੍ਰੋਕਿਊਰਮੈਂਟ ਜਿਵੇਂ ਸਾਡਾ ਅਨਾਉਂਸ ਸੀਗਾ ਪਹਿਲਾਂ ਤੇ ਅਪਰੂਵਲ ਹੋਈ ਸੀਗੀ 1 ਅਕਤੂਬਰ ਤੋਂ 30 ਨਵੰਬਰ ਤਾਈਂ ਅਸੀਂ ਪ੍ਰੋਕਿਊਰਮੈਂਟ ਕਰਨੀ ਸੀ ਤੇ ਅਸੀਂ 1 ਅਕਤੂਬਰ ਨੂੰ ਸ਼ੁਰੂ ਕਰਨ ਜਾ ਰਹੇ ਸੀ, ਪਰ ਆਲ ਆਫ ਸਡਨ ਸੈਂਟਰ ਗਵਰਨਮੈਂਟ ਵੱਲੋਂ 30 ਤਰੀਕ ਨੂੰ ਸ਼ਾਮ ਨੂੰ 6:30 ਵਜੇ ਇੱਕ ਲੈਟਰ ਮਿਲ ਜਾਂਦੀ ਹੈ ਵੀ ਤੁਹਾਡੀ ਪ੍ਰੋਕਿਊਰਮੈਂਟ ਡੈਫਰ ਹੋ ਜਾਂਦੀ ਹੈ। ਇਮੀਡੀਏਟ ਸਾਰਿਆਂ ਨੂੰ ਦੱਸਿਆ ਜਾਂਦਾ ਪਰ ਉਹਦੇ ਵਿੱਚ ਕਿਸਾਨਾਂ 'ਚ ਵੀ ਕਾਫੀ ਰੋਹ ਪਾਇਆ ਗਿਆ। ਅਸੀਂ ਇਮੀਡੀਏਟ ਸਾਡੇ CM ਸਾਹਿਬ ਮਾਨਯੋਗ ਸਰਦਾਰ ਚਰਨਜੀਤ ਚੰਨੀ ਜੀ ਉਹ PM ਨੂੰ ਮਿਲਣ ਗਏ 1 ਤਰੀਕ ਨੂੰ। ਉੱਥੇ ਉਹਨਾਂ ਦੇ ਸਾਹਮਣੇ ਮੁਤਾਲਬਾ ਰੱਖਿਆ ਵੀ ਇਹ ਪੰਜਾਬ ਦੇ ਕਿਸਾਨੀ ਨਾਲ ਇੱਕ ਹੋਰ ਧੱਕਾ ਆ, ਤੁਸੀਂ ਇਸ ਤਰੀਕੇ ਨਾ ਕਰੋ, ਕਿਉਂਕਿ ਕਾਫੀ ਕਿਸਾਨ ਫਸਲ ਲੈ ਆਏ ਤੇ 10 ਦਿਨ ਫਸਲ ਸਾਂਭਣੀ ਬਹੁਤ ਔਖੀ ਹੈ ਤੇ ਹੋਰ 10 ਦਿਨਾਂ 'ਚ ਜਿਨ੍ਹਾਂ ਨੇ ਆਪਣੀ ਤਿਆਰੀ ਕਰ ਰੱਖੀ ਹੈ ਉਹ ਫਸਲ ਕਿੱਥੇ ਸਾਂਭਣਗੇ। ਜਿੱਥੋਂ ਤਾਈਂ ਮੋਇਸਚਰ ਦੀ ਗੱਲ ਜਿਹੜੀ ਉਹਨਾਂ ਨੇ ਲਿਖੀ ਸੀਗੀ ਉਹ ਗੱਲ ਕੀਤੀ, ਮੋਇਸਚਰ ਕੰਟੈਂਟ ਨੂੰ ਅਸੀਂ ਸੁਕਾ ਕੇ ਹੀ ਖਰੀਦਦੇ ਹਾਂ ਪਹਿਲਾਂ ਹੀ, ਤੇ ਕੋਈ ਪ੍ਰੋਬਲਮ ਆਉਣ ਵਾਲੀ ਨਹੀਂ। ਕਿਸਾਨ ਜਥੇਬੰਦੀਆਂ ਨੇ ਇੰਨਾ ਐਜੀਟੇਟ ਕਰਿਆ 2 ਦਿਨਾਂ 'ਚ, ਉਹਨਾਂ ਦਾ ਗੁੱਸਾ ਅਸਮਾਨ। ਤੇ ਮੈਨੂੰ ਲੱਗਦਾ ਆ ਜੋ ਕੱਲ੍ਹ ਸਾਡੇ CM ਸਾਹਿਬ ਨੇ ਰਿਕੁਐਸਟ ਕਰੀ ਪ੍ਰਧਾਨ ਮੰਤਰੀ ਜੀ ਸਾਹਮਣੇ, ਉਹਨਾਂ ਨੇ ਉਹਨੂੰ ਵਧੀਆ ਰਿਸਪੌਂਡ ਕਰਿਆ, ਕੱਲ੍ਹ ਤੋਂ ਇਜਾਜ਼ਤ ਦੇ ਦਿੱਤੀ ਪ੍ਰੋਕਿਊਰਮੈਂਟ ਕਰਨ ਦੀ। ਤੇ ਹੁਣ ਪੰਜਾਬ ਦੇ ਕਿਸਾਨਾਂ ਨੂੰ ਮੈਂ ਤੁਹਾਡੇ ਸਾਰੇ ਚੈਨਲਾਂ ਰਾਹੀਂ, ਤੁਹਾਡੇ ਪਲੇਟਫਾਰਮ ਰਾਹੀਂ ਇਹ ਅਸ਼ਿਓਰ ਕਰਦਾ ਵੀ ਉਹਨਾਂ ਦੀ ਮਿਹਨਤ ਦਾ ਇੱਕ ਦਾਣਾ ਪੰਜਾਬ ਸਰਕਾਰ ਚੱਕੇਗੀ ਤੇ ਉਸ ਫਸਲ ਦੀ ਬਣਦੀ ਕੀਮਤ ਇਮੀਡੀਏਟਲੀ 48 ਘੰਟੇ ਦੇ ਅੰਦਰ ਡਾਇਰੈਕਟਲੀ ਉਹਨਾਂ ਦੇ ਖਾਤਿਆਂ 'ਚ ਪਾਵਾਂਗੇ ਅਸੀਂ। ਸਾਡੇ ਸਾਰੇ ਪ੍ਰਬੰਧ ਪੂਰੇ ਨੇ, ਮੰਡੀਆਂ ਦੇ ਪ੍ਰਬੰਧ ਪੂਰੇ ਨੇ, CCL ਸਾਡੀ ਆ ਚੁੱਕੀ ਹੈ, ਬੋਰੀਆਂ ਦਾ ਇੰਤਜ਼ਾਮ ਪੂਰਾ ਆ, ਮੰਡੀ ਲਿੰਕੇਜ, ਸ਼ੈਲਰ ਲਿੰਕੇਜ ਅਸੀਂ ਸਾਰੀ ਪੂਰੀ ਕਰ ਚੁੱਕੇ ਹਾਂ। ਕਿਤੇ ਵੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਏਗੀ। ਜਿੱਥੇ ਮੈਂ ਧੰਨਵਾਦੀ ਹਾਂ ਪ੍ਰਧਾਨ ਮੰਤਰੀ ਜੀ ਦਾ, ਸੈਂਟਰ ਗਵਰਨਮੈਂਟ ਦਾ ਵੀ ਉਹਨਾਂ ਨੇ ਟਾਈਮਲੀ ਇਹਦੇ 'ਚ ਡਿਸੀਜਨ ਲਿੱਤਾ, ਉੱਥੇ ਹੀ ਮੈਂ ਸ਼ਲਾਘਾ ਕਰਦਾ ਐਫਰਟਸ ਪੰਜਾਬ ਸਰਕਾਰ ਦੇ ਚੀਫ ਮਿਨਿਸਟਰ ਸਰਦਾਰ ਚਰਨਜੀਤ ਚੰਨੀ ਹੋਰਾਂ ਦੀ। ਸਰ ਕੀ ਲੱਗਦਾ ਕਿ ਜਿਸ ਹਿਸਾਬ ਦੇ ਨਾਲ ਮੌਸਮ ਖਰਾਬ ਹੋ ਰਿਹਾ ਮੰਡੀਆਂ ਦੇ ਵਿੱਚ ਵੀ ਤਰਪਾਲਾਂ ਦਾ ਪ੍ਰਬੰਧ ਸਪੈਸ਼ਲ ਤੌਰ ਤੇ ਕੀਤਾ ਜਾਊਗਾ? ਬਿਲਕੁਲ, ਸਾਰੇ ਆੜ੍ਹਤੀਆਂ ਨੂੰ, ਮੰਡੀ ਬੋਰਡ ਨੂੰ ਉਹਨਾਂ ਨੇ ਤਿਆਰੀ ਪੂਰੀ ਕੀਤੀ ਹੈ, ਅਸੀਂ ਇੰਤਜ਼ਾਮ ਪੂਰਾ ਕਰਕੇ ਰੱਖਾਂਗੇ। ਪਰ ਦੇਖੋ ਕਿਸਾਨ ਦਾ ਕੰਮ ਸੀ, ਉਹਨਾਂ ਨੇ ਮਿਹਨਤ ਕਰਨੀ, ਫਸਲ ਉਗਾਉਣੀ ਤੇ ਉਸ ਫਸਲ ਨੂੰ ਮੰਡੀ ਤਾਈਂ ਲੈ ਕੇ ਆਉਣਾ। ਅੱਗੋਂ ਕੰਮ ਆ ਸਰਕਾਰਾਂ ਦਾ ਸਾਂਭਣਾ। ਜੇ ਵਿਚਾਲੇ ਕੋਈ ਮੌਸਮ ਖਰਾਬ ਹੋ ਜਾਂਦਾ, ਕੁਦਰਤ ਦੇ ਉੱਤੇ ਕਿਸੇ ਦਾ ਜ਼ੋਰ ਨਹੀਂ ਹੈ, ਅਸੀਂ ਉਹਦੇ ਵਿੱਚੋਂ ਕਿੰਨਾ ਕੁ ਉਹਨਾਂ ਨੂੰ ਬਚਾ ਕੇ ਰੱਖਣਾ ਹੈ, ਉਹਨਾਂ ਦੀ ਮਿਹਨਤ ਦੀ ਫਸਲ ਨੂੰ ਪ੍ਰੋਕਿਊਰ ਕਰਕੇ ਸ਼ੈਲਰਾਂ ਤਾਈਂ ਪਹੁੰਚਾਉਣਾ ਹੈ, ਉਹ ਕੰਮ ਸਾਡਾ ਆ। ਅਸੀਂ ਯਕੀਨ ਦਿਲਵਾਉਂਦੇ ਹਾਂ ਸਾਰੇ ਪੰਜਾਬ ਤੇ ਪੰਜਾਬ ਦੀ ਕਿਸਾਨੀ ਨੂੰ ਵੀ ਅਸੀਂ ਆਪਣੇ ਵੱਲੋਂ ਪੂਰੀ ਵਾਹ ਲਾ ਦਿਆਂਗੇ। ਜਿਸ ਤਰੀਕੇ ਅੱਗੇ 9 ਫਸਲਾਂ ਇਸ ਸਰਕਾਰ ਨੇ ਨਿਰਵਿਘਨ ਚੱਕੀਆਂ ਨੇ, ਇਹ 10ਵੀਂ ਫਸਲ ਵੀ ਅਸੀਂ ਫਲਾਲੈਸ ਪ੍ਰੋਕਿਊਰਮੈਂਟ ਹੋਏਗੀ, ਕਿਤੇ ਕੋਈ ਮੁਸ਼ਕਿਲ ਆਉਣ ਨਹੀਂ ਦਿਆਂਗੇ। ਅਸੀਂ ਉਹਨਾਂ ਤੋਂ ਸਾਥ ਦੀ ਉਮੀਦ ਕਰਦੇ ਹਾਂ, ਅਪੀਲ ਕਰਦੇ ਹਾਂ ਵੀ ਅਗਰ ਕਿਤੇ ਤੁਹਾਡੀ ਫਸਲ ਦੇ ਵਿੱਚ ਮੋਇਸਚਰ ਕੰਟੈਂਟ ਜ਼ਿਆਦਾ ਹੈ ਤਾਂ ਆਪਣੇ ਘਰ ਇੱਕ ਅੱਧਾ ਦਿਨ ਉਹਨੂੰ ਹਵਾ ਲਵਾ ਕੇ ਲੈ ਆਓ, ਤਾਂ ਕਿ ਤੁਹਾਨੂੰ ਮੰਡੀ 'ਚ ਆ ਕੇ ਖੱਜਲ ਜਾਂ ਖ਼ਰਾਬ ਨਾ ਹੋਣਾ ਪਵੇ। ਕਿਉਂਕਿ ਤੁਸੀਂ ਵੀ ਜਾਣਦੇ ਹੋ ਸਾਰੇ, ਥੋੜ੍ਹਾ ਜਿਹਾ ਮੋਇਸਚਰ ਕੰਟੈਂਟ ਜ਼ਿਆਦਾ ਹੋ ਜਾਂਦਾ ਹੈ, ਏਜੰਸੀਆਂ ਔਰ ਸ਼ੈਲਰ ਵਾਲੇ ਸਾਰੇ ਕਿਤੇ ਨਾ ਕਿਤੇ ਕੋਈ ਮੁਸ਼ਕਿਲ ਕਰਦੇ ਹੈ। ਸਰਕਾਰ ਵੱਲੋਂ ਬਾਰ-ਬਾਰ ਐਫਰਟ ਕਰਨ 'ਤੇ ਵੀ ਕੋਈ ਮੁਸ਼ਕਿਲਾਂ ਆ ਜਾਂਦੀਆਂ। ਸੋ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਇੱਕ ਦੂਸਰੇ ਦੀ ਮਦਦ ਕਰੀਏ। ਅੱਜ ਜਦੋਂ ਕਿਸਾਨ ਐਜੀਟੇਸ਼ਨ ਸਿਖਰਾਂ 'ਤੇ ਹੈ, ਸਾਡੇ ਵੱਲੇ ਐਡੀ ਵੱਡੀ ਮੁਸੀਬਤ ਆਈ ਹੋਈ ਹੈ, ਅਸੀਂ ਉਹਨੂੰ ਵੀ ਟੈਕਲ ਕਰਨਾ ਹੈ ਤੇ ਨਾਲ ਦੀ ਨਾਲ ਸਾਰੇ ਕਿਸਾਨ ਭਰਾਵਾਂ ਦੀ ਮਿਹਨਤ ਨੂੰ ਵੀ ਫੁੱਲ ਲਾਉਣੇ ਨੇ, ਕਿਉਂਕਿ ਉਹਨਾਂ ਦੀ ਮਿਹਨਤ ਤੋਂ ਬਾਅਦ ਜਦੋਂ ਪੈਸੇ ਘਰ 'ਚ ਜਾਂਦੇ ਨੇ ਤੇ ਖੁਸ਼ੀ ਦਾ ਮਾਹੌਲ ਹੁੰਦਾ ਹੈ। ਸਰ ਨਮੀ ਦੀ ਮਾਤਰਾ ਨੂੰ ਲੈ ਕੇ ਕਿਤੇ ਨਾ ਕਿਤੇ ਕਿਸਾਨਾਂ ਵਿੱਚ ਰੋਸ ਸੀ ਵੀ ਇੱਕ ਡਰ ਪਾਇਆ ਜਾ ਰਿਹਾ ਸੀ ਵੀ ਉਸ ਨੂੰ ਜਿਹੜਾ ਘਟਾ ਦਿੱਤਾ ਗਿਆ। ਉਹੀ ਸਪੈਸੀਫਿਕੇਸ਼ਨ ਹੈ, ਕੋਈ ਘਟਾਏ ਨਹੀਂ ਗਏ। ਜਿਵੇਂ ਪਹਿਲਾਂ ਡਰ ਸੀਗਾ ਉਹ ਵੀ ਸਰਕਾਰਾਂ ਨੇ ਪਰਸਿਊ ਕਰਿਆ, ਉੱਥੇ ਵੀ ਅਸੀਂ ਸਪੈਸੀਫਿਕੇਸ਼ਨਾਂ ਬਦਲਣੀਆਂ ਨਹੀਂ, ਤਾਂ ਪੁਰਾਣੀਆਂ ਸਪੈਸੀਫਿਕੇਸ਼ਨਸ 'ਤੇ ਹੀ ਇਹ ਖਰੀਦ ਹੋ ਰਹੀ ਹੈ। ਜੋ ਪਿਛਲੇ ਸਾਲ ਸੀ ਉਹੀ ਇਸ ਸਾਲ ਰਹੇਗੀ, ਪਰ ਕਿਉਂਕਿ ਨਮੀ ਦਾ ਖਦਸ਼ਾ ਇਸ ਕਰਕੇ ਜ਼ਿਆਦਾ ਵੀ ਬਾਰਿਸ਼ਾਂ ਪਛੇਤੀਆਂ ਨੇ ਤੇ ਹਲੇ ਵੀ ਚੱਲ ਰਹੀ ਹੈ। ਤੁਸੀਂ ਦੇਖਿਆ ਵੀ ਅੱਜ ਵੀ ਬਾਰਿਸ਼ ਹੋਈ, ਛਿੱਟੇ ਪਏ, ਉਹਦੇ ਨਾਲ ਮੋਇਸਚਰ ਕੰਟੈਂਟ ਵੱਧ ਜਾਂਦਾ ਆ ਤੇ ਉਹਦੇ 'ਚ ਫਿਰ ਕਿਸਾਨਾਂ ਵੱਲੋਂ ਥੋੜ੍ਹੇ ਸਾਥ ਦੀ ਉਮੀਦ, ਥੋੜ੍ਹੀ ਸਰਕਾਰ ਉਹਨਾਂ ਦੇ ਨਾਲ ਖੜੇਗੀ, ਰਲ ਮਿਲ ਕੇ ਅਸੀਂ ਇਹ ਵੀ ਜਿਹੜੀ ਪ੍ਰੋਕਿਊਰਮੈਂਟ ਹੈ ਇਹਨੂੰ ਸਿਰੇ ਲਾ ਦੇ। ਸਰ ਪਿਛਲੇ 4.5 ਸਾਲ ਤੋਂ ਤੁਸੀਂ ਵੀ ਬੜੀ ਬਰੀਕੀ ਦੇ ਨਾਲ ਦੇਖ ਰਹੇ ਹੋ, ਜੇਕਰ 10 ਦਿਨ ਜੇ ਲੇਟ ਹੋ ਜਾਂਦੀ ਖਰੀਦਦਾਰੀ ਤਾਂ ਕੀ ਲੱਗਦਾ ਤੁਹਾਨੂੰ ਕਿੰਨਾ ਕੁ ਨੁਕਸਾਨ ਜਿਹੜਾ ਕਿਸਾਨਾਂ ਦਾ ਵੀ ਹੋ ਸਕਦਾ ਸੀ? ਨਹੀਂ, ਨੁਕਸਾਨ ਕੋਈ ਜ਼ਿਆਦਾ ਨਹੀਂ ਸੀ ਹੋਣਾ, ਕਿਉਂਕਿ ਖਰੀਦ ਜਿਹੜੀ ਹੈ ਫਸਲਾਂ ਦੀ ਉਹ ਤਕਰੀਬਨ 12, 13, 14 ਨੂੰ ਹੀ ਸ਼ੁਰੂ ਹੋਣੀ ਹੈ। ਥੋੜ੍ਹੀ ਫਸਲ ਪਹਿਲਾਂ ਆਉਂਦੀ ਹੈ, ਪਰ ਸਾਡਾ ਜਿਹੜਾ ਬਾਰਡਰ ਏਰੀਆ ਹੈ ਨਾ, ਥੋੜ੍ਹਾ ਪਟਿਆਲੇ ਵਾਲਾ ਇਲਾਕਾ ਔਰ ਤਰਨਤਾਰਨ
ਅੰਮ੍ਰਿਤਸਰ ਵਾਲਾ, ਇੱਥੇ ਥੋੜ੍ਹੀ ਫਸਲ ਅਗੇਤੀ ਆ ਜਾਂਦੀ ਹੈ। ਉੱਥੇ ਫਸਲ ਆ ਗਈ ਸੀ ਮੰਡੀਆਂ 'ਚ, ਅਤੇ ਉੱਥੇ ਦੇ ਕਿਸਾਨਾਂ ਨੂੰ ਬਹੁਤ ਮੁਸ਼ਕਿਲ ਆਉਣੀ ਸੀ। ਹਲੇ ਲੁਧਿਆਣਾ, ਇੱਧਰ ਸੰਗਰੂਰ, ਇੱਥੇ ਤਾਂ ਵਾਢੀ ਸ਼ੁਰੂ ਵੀ ਨਹੀਂ ਹੋਈ, ਇੱਥੇ ਤਾਂ 12-13 ਤੋਂ ਬਾਅਦ ਹੀ ਜਾ ਕੇ ਸ਼ੁਰੂ ਹੋਣੀ ਹੈ। ਪਰ ਜਿਹੜੇ ਏਰੀਏ 'ਚ ਕਿਸਾਨ ਆ ਗਿਆ ਮੰਡੀ 'ਚ, ਉਹ ਵਿਚਾਰਾ 10 ਦਿਨ ਆਪਣੀ ਫਸਲ ਦੀ ਰਾਖੀ ਬੈਠਾ ਰਹੂ। ਕੁਛ ਜਿਨ੍ਹਾਂ ਨੇ ਫਸਲਾਂ ਖੱਤਿਆਂ 'ਚ ਵੱਢ ਲੀਆਂ, ਉਹ ਕਿਹੜੀ ਸੋਚ ਨਾਲ ਉੱਥੇ ਬੈਠੇ ਰਹਿਣਗੇ। ਖਰਾਬਾ ਸ਼ੁਰੂ ਹੋ ਗਿਆ ਸੀਗਾ, ਹੋਰ ਨਹੀਂ ਜ਼ਿਆਦਾ ਤਾਂ 5-7-10 ਹਜ਼ਾਰ ਕਿਸਾਨ ਤਾਂ ਇਹਦੇ 'ਚ ਖਰਾਬ ਹੁੰਦੇ ਹੀ ਨਾ। ਉਹਦੇ ਨਾਲ ਖਰਾਬ ਹੁੰਦਾ ਉਹਨਾਂ ਦਾ ਆੜ੍ਹਤੀਆ, ਉਹਦੇ ਨਾਲ ਖਰਾਬ ਹੁੰਦੀ ਸਰਕਾਰ, ਮੰਡੀ ਬੋਰਡ ਦੇ ਅਧਿਕਾਰੀ, ਜਿਨ੍ਹਾਂ ਦੀ ਡਿਊਟੀ ਲੱਗ ਜਾਂਦੀ ਵੀ ਇਹਨਾਂ ਦੀ ਫਸਲ ਦਾ ਨੁਕਸਾਨ ਨਾ ਹੋਵੇ। ਬਾਰਿਸ਼ ਦਾ ਪਤਾ ਨਹੀਂ, ਕੁਦਰਤ 'ਤੇ ਕਿਸੇ ਦਾ ਜ਼ੋਰ ਨਹੀਂ। ਸੋ ਸਾਰੀਆਂ ਚੀਜ਼ਾਂ ਤੋਂ ਅੱਜ ਆਪਾਂ ਪੋਜ਼ੀਟਿਵ ਸੋਚੀਏ। ਸੈਂਟਰ ਗੌਰਮੈਂਟ ਦਾ ਵੀ ਧੰਨਵਾਦ, ਉਹਨਾਂ ਨੇ ਟਾਈਮਲੀ ਆਪਣਾ ਜਿਹੜਾ ਫੈਸਲਾ ਸੀ ਉਹ ਬਦਲਿਆ, ਕਿਸਾਨਾਂ ਦੇ ਹੱਕ 'ਚ ਬਦਲਿਆ, ਅਤੇ ਸਾਨੂੰ ਸਟੇਟ ਗੌਰਮੈਂਟਾਂ ਨੂੰ ਵੀ ਸਾਹ ਆਇਆ ਵੀ ਅੱਗੋਂ ਅਸੀਂ ਪ੍ਰੋਕਿਉਰਮੈਂਟ ਸ਼ੁਰੂ ਕਰੀਏ। ਨਾਲ ਦੀ ਨਾਲ ਜਿਹੜੇ ਕਿਸਾਨ ਦੀ ਫਸਲ ਆਉਂਦੀ ਹੈ ਉਹਨੂੰ ਸਾਂਭਦੇ ਜਾਈਏ। ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਵੇ, ਸਾਰੀਆਂ ਸਮੱਸਿਆਵਾਂ ਦਾ ਹੱਲ 101% ਕੀਤਾ ਜਾਵੇਗਾ। ਜਦੋਂ ਕਿੱਥੋਂ ਵੀ ਨਾ ਹੋਵੇ ਕੰਮ, ਤੇ ਸਾਡੇ ਤੋਂ ਲਵੋ ਆਪਣੀ ਸਮੱਸਿਆ ਦਾ ਹੱਲ, ਕਿਉਂਕਿ ਸਾਡਾ ਕੰਮ ਹੀ ਸਾਡਾ ਚੈਲੰਜ ਹੈ। ਅਸੀਂ ਕਹਿੰਦੇ ਨਹੀਂ, ਕਰਕੇ ਦਿਖਾਉਂਦੇ ਹਾਂ। ਅੱਜ ਤੱਕ ਤੁਹਾਡਾ ਕੰਮ ਕਿਸੇ ਦੇ ਕੋਲੋਂ ਕਿਉਂ ਨਹੀਂ ਹੋਇਆ? ਆਓ ਤੁਹਾਨੂੰ ਦੱਸਦੇ ਹਾਂ। ਫੋਨ ਦੇ ਰਾਹੀਂ 101% ਹੱਲ ਮਿਲੇਗਾ, ਉਹ ਵੀ ਤੁਹਾਨੂੰ ਸਿਰਫ 24 ਘੰਟੇ ਵਿੱਚ। ਦੁਨੀਆ ਦੇ ਕਿਸੇ ਵੀ ਥਾਂ ਤੋਂ ਬੈਠੇ ਬਿਠਾਏ ਆਪਣਾ ਕੰਮ ਕਰਾਓ, ਉਹ ਵੀ ਫੋਨ ਦੇ ਰਾਹੀਂ। ਜੇ ਤੁਸੀਂ ਕਿਸੇ ਕੁੜੀ ਨੂੰ ਆਪਣੇ ਵਸ਼ ਵਿੱਚ ਕਰਨਾ ਚਾਹੁੰਦੇ ਹੋ, ਆਪਣੀ ਪ੍ਰੇਮਿਕਾ ਨੂੰ ਵਸ਼ ਵਿੱਚ ਕਰਨਾ ਚਾਹੁੰਦੇ ਹੋ, ਜਾਂ ਫਿਰ ਆਪਣੀ ਐਕਸ ਗਰਲਫ੍ਰੈਂਡ ਨੂੰ ਆਪਣੀ ਜ਼ਿੰਦਗੀ ਵਿੱਚ ਦੁਬਾਰਾ ਥਾਂ ਦੇਣਾ ਚਾਹੁੰਦੇ ਹੋ, ਆਪਣੇ ਪ੍ਰੇਮੀ ਨੂੰ ਵਸ਼ ਵਿੱਚ ਕਰਨਾ ਚਾਹੁੰਦੇ ਹੋ, ਜੇ ਤੁਸੀਂ ਵੀ ਕਿਤੇ ਕਿਰਾਏ ਦੀ ਸਮੱਸਿਆ ਨਾਲ ਜੂਝ ਰਹੇ ਹੋ, ਕਾਲੇ ਜਾਦੂ ਨੂੰ ਤੁਸੀਂ ਖਤਮ ਕਰਨਾ ਚਾਹੁੰਦੇ ਹੋ, ਲਵ ਮੈਰਿਜ, ਇੰਟਰਕਾਸਟ ਲਵ ਮੈਰਿਜ, ਜਾਂ ਫਿਰ ਖੋਏ ਹੋਏ ਪਿਆਰ ਨੂੰ ਆਪਣੀ ਜ਼ਿੰਦਗੀ ਵਿੱਚ ਦੁਬਾਰਾ ਲਿਆਉਣਾ ਚਾਹੁੰਦੇ ਹੋ, ਦੁਸ਼ਮਣ ਤੋਂ ਛੁਟਕਾਰਾ, ਕਾਮਦੇਵ ਮੰਤਰ ਬਾਬਾ ਜੀ ਸਪੈਸ਼ਲ ਤੁਹਾਡੇ ਵਾਸਤੇ ਲੈ ਕੇ ਆਏ ਨੇ। ਅਗਰ ਤੁਹਾਡਾ ਘਰ ਵਾਲਾ ਤੁਹਾਨੂੰ ਪਿਆਰ ਨਹੀਂ ਕਰਦਾ, ਜਾਂ ਕਿਸੇ ਹੋਰ ਔਰਤ ਦੇ ਚੱਕਰ ਵਿੱਚ ਰਹਿੰਦਾ ਹੈ, ਜਾਂ ਫਿਰ ਬੁਰੀ ਸੰਗਤ ਵਿੱਚ ਫਸਿਆ ਹੋਇਆ ਹੈ, ਤੁਸੀਂ ਕਾਲ ਕਰ ਸਕਦੇ ਹੋ ਆਪਣੇ ਬਾਬਾ ਜੀ ਨੂੰ। ਬਾਬਾ ਜੀ ਤੋਂ ਤੁਸੀਂ ਫਾਇਦਾ ਲਵੋ ਮੋਨੀ ਵਸ਼ੀਕਰਨ ਦਾ। ਅਗਰ ਤੁਹਾਡੇ ਬੱਚੇ ਵੀ ਤੁਹਾਡੇ ਕਹਿਣੇ ਤੋਂ ਬਾਹਰ ਹੋ ਚੁੱਕੇ ਹਨ, ਜੇਕਰ ਕਿਸੇ ਹੋਰ ਦੀ ਗੱਲਾਂ ਵਿੱਚ ਆ ਕੇ ਗਲਤ ਕੰਮ ਕਰਦੇ ਹਨ, ਤਾਂ ਹੁਣ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ। ਤੁਹਾਡੀ ਸਾਰੀ ਸਮੱਸਿਆਵਾਂ ਦਾ ਹੱਲ ਬਾਬਾ ਜੀ 24 ਘੰਟੇ ਵਿੱਚ ਕਰਕੇ ਦੇਣਗੇ। ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਹੁਣ ਘਰ ਬੈਠੇ ਆਪਣੀ ਪਰੇਸ਼ਾਨੀ ਦਾ ਹੱਲ ਬਾਬਾ ਜੀ ਤੋਂ ਕਰਵਾ ਸਕਦੇ ਹੋ, ਉਹ ਵੀ ਮੋਨੀ ਵਸ਼ੀਕਰਨ ਰਾਹੀਂ।